ਇਹ ਭਾਰਤ ਤੇ ਇੰਡੀਆ ਵਾਲੀ ਗੱਲ ਤੁਹਾਨੂੰ ਪਹਿਲੀ ਨਜ਼ਰੇ ਕਿਵੇਂ ਲੱਗਦੀ ਹੈ? ਨੂੰ ਇਹਦੇ 'ਚ ਕੋਈ ਬਹੁਤਾ ਦਮ ਨਹੀਂ ਹੈ। ਉਂਝ ਬੀਜੇਪੀ ਚਾਹੁੰਦੀ ਇਹੀ ਹੈ, ਕਿਉਂਕਿ 4-5 ਦਿਨ ਪਹਿਲਾਂ ਮੋਹਨ ਭਗਤ ਜੀ ਦਾ ਬਿਆਨ ਆਇਆ ਸੀ ਕਿ ਹੁਣ ਭਾਰਤ ਕਿਹਾ ਕਰੋ, ਹੁਣ ਇੰਡੀਆ ਨਾ ਕਿਹਾ ਕਰੋ। ਖਾਸ ਕਰਕੇ ਆਮ ਆਦਮੀ ਪਾਰਟੀ ਵੀ ਉਧਰੋਂ ਵੀ ਬਿਆਨ ਆਉਂਦਾ ਹੈ ਕਿ ਇੰਡੀਆ ਤੋਂ ਘਬਰਾ ਗਏ ਨੇ ਇਹ, ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ। ਚਲੋ ਉਹ ਤਾਂ ਉਹਨਾਂ ਨੇ ਕਹਿਣਾ। ਜਿਵੇਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ, ਕੋਈ ਬੰਦਾ ਇਕੱਲਾ ਹਰਿਆਣਾ ਹਾਈ ਕੋਰਟ ਲਿਖ ਦੇ, ਉਹ ਗਲਤ ਹੈ। ਵੀ ਜਿਹੜਾ ਨਾਮ ਹੈ ਉਹ ਬਦਲਿਆ ਨਹੀਂ ਜਾ ਸਕਦਾ ਹੁਣ। ਇਰਾਦਾ ਇਹਨਾਂ ਦਾ ਹੈਗਾ, ਕਿਉਂਕਿ ਭਾਰਤ ਇੱਕ ਰਾਜਾ ਹੋਇਆ ਮਿਥਿਹਾਸ ਦੇ ਤੌਰ ਤੇ। ਇਹਨੂੰ ਇਤਿਹਾਸ ਕਹਿੰਦੇ ਨੇ ਇਹ, ਮੈਂ ਇਹਨੂੰ ਮਿਥਿਹਾਸ ਕਹਾਂ ਨਾ ਕਹਾਂ। ਉਹ ਜਿਹੜਾ ਪੈਦਾ ਹੋਇਆ ਸੀ ਵੀ ਉਹ ਮੱਛੀ 'ਚ ਜੀ, ਮੁੰਦਰੀ ਜੀ, ਫਲਾਣਾ ਜੀ, ਉਹ ਸਾਰੀ ਕਹਾਣੀ ਤੁਸੀਂ ਜਾਣਦੇ ਹੋ। ਉਹ ਭਾਰਤ ਦੇ ਨਾਂ ਦੇ ਉੱਤੇ, ਕਿਉਂਕਿ ਇਹਨਾਂ ਨੂੰ ਪੁਰਾਣੀਆਂ ਗੱਲਾਂ, ਪੁਰਾਣਾ ਸਾਰਾ ਕੁਝ ਦੇਖਣ ਦੀ ਆਦਤ ਹੈ, ਨਵਾਂ ਤਾਂ ਕੁਝ ਕਰਨਾ ਨਹੀਂ। ਜਿਹੜਾ ਬੰਦਾ ਆਪ ਗਰੀਬ ਹੋਵੇ ਨਾ, ਉਹ ਘਰੇ ਮਿੱਟੀ ਪੱਟੀ ਜਾਂਦਾ ਵੀ ਸ਼ਾਇਦ ਸਾਡੇ ਬਜ਼ੁਰਗਾਂ ਨੇ ਕੋਈ ਖਜ਼ਾਨੇ ਨਾ ਦਬਾਇਆ ਹੋਵੇ, ਉਹ ਸਾਰਾ ਘਰ ਪੱਟ ਕੇ ਸੁੱਟ ਦਿੰਦਾ। ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੀ ਕਰਨਗੇ? ਫਿਰ ਭਾਰਤ ਲਿਖਣਾ ਪਊ, ਫਿਰ ਚੋਣਾਂ ਨਹੀਂ ਤਾਂ ਅਵੈਧ ਹੋ ਜਾਣਗੀਆਂ। ਇਸੇ ਤਰ੍ਹਾਂ ਹੀ ਰਿਜ਼ਰਵ ਬੈਂਕ ਆਫ ਇੰਡੀਆ, ਇਹ ਤਾਂ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ। ਫਿਰ ਇਹ ਕਹਿੰਦੇ ਸੀ ਆਪ ਹੀ ਸਕਿੱਲਡ ਇੰਡੀਆ, ਡਿਜੀਟਲ ਇੰਡੀਆ, ਮੇਡ ਇਨ ਇੰਡੀਆ। ਦੇਸ਼ ਭਰ ਦੇ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਗਈ ਹੈ ਕਿ ਕੇਂਦਰ ਜਿਹੜੀ ਸੱਤਾ ਦੇ ਵਿੱਚ ਭਾਜਪਾ ਹੈ, ਇੱਕ ਅਜਿਹਾ ਕਦਮ ਪੁੱਟ ਲਿਆ ਜਾਂਦਾ ਜਿਸ ਨਾਲ ਚਰਚਾ ਉਸ ਪਾਸੇ ਹੋ ਜਾਂਦੀ ਹੈ। ਭਾਰਤ ਤੇ ਇੰਡੀਆ ਦੀ ਗੱਲ ਕਰ ਰਹੇ ਹਾਂ। ਭਾਰਤ ਇੰਡੀਆ G20 ਸੰਮੇਲਨ ਵੀ ਨਾਲੋਂ ਨਾਲ ਹੋ ਰਿਹਾ, ਪਰ ਉਸ ਦੇ ਵਿੱਚ ਜਿਹੜੀਆਂ ਇੱਕ ਦਸਤਾਵੇਜ਼ ਸਾਹਮਣੇ ਵਾਇਰਲ ਹੋਇਆ, ਉਹ ਕੀ ਇੱਕ ਦਸਤਾਵੇਜ਼ ਦੇ ਨਾਲ ਚਰਚਾ ਛਿੜੀ ਹੈ, ਜਿਸ ਦੇ ਪਿਛਲੀ ਮਨਸ਼ਾ ਕੀ ਹੈ, ਇਸ ਦੇ ਉੱਤੇ ਗੱਲਬਾਤ ਕਰਾਂਗੇ। ਇਸ ਵਕਤ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਡਾਕਟਰ ਪਿਆਰੇ ਲਾਲ ਗਰਗ ਸਾਹਿਬ। ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਚਰਚਾਵਾਂ ਬਹੁਤ ਚੱਲਦੀਆਂ ਨੇ, ਕਈ ਮੁੱਦਿਆਂ ਦੀ ਗੱਲ ਕਰਦੇ ਆ, ਕਈ ਮੁੱਦਿਆਂ ਤੋਂ ਭਟਕਾਉਣ ਦੀ ਗੱਲ ਕਰਦੇ ਆ। ਇਹ ਭਾਰਤ ਤੇ ਇੰਡੀਆ ਵਾਲੀ ਗੱਲ ਤੁਹਾਨੂੰ ਪਹਿਲੀ ਨਜ਼ਰੇ ਕਿਵੇਂ ਲੱਗਦੀ ਹੈ, ਕੀ ਜਾਪਦਾ? ਦੇਖੋ, ਇਹ ਤਾਂ ਇਸ ਵਾਸਤੇ ਜਿਵੇਂ INDIA ਜਿਹੜਾ ਵੱਧ ਰਿਹਾ ਸੀ ਅੱਗੇ, ਉਹਨੂੰ ਇੱਕ ਨਵਾਂ ਬਿਰਤਾਂਤ ਸਿਰਜਣ ਵਾਸਤੇ ਉਹ ਇਹਦੇ 'ਚ ਕੋਈ ਬਹੁਤਾ ਦਮ ਨਹੀਂ ਹੈ। ਉਂਝ ਬੀਜੇਪੀ ਚਾਹੁੰਦੀ ਇਹੀ ਹੈ, ਕਿਉਂਕਿ 4-5 ਦਿਨ ਪਹਿਲਾਂ ਮੋਹਨ ਭਗਤ ਜੀ ਦਾ ਬਿਆਨ ਆਇਆ ਸੀ ਕਿ ਹੁਣ ਭਾਰਤ ਕਿਹਾ ਕਰੋ, ਹੁਣ ਇੰਡੀਆ ਨਾ ਕਿਹਾ ਕਰੋ। ਮੋਹਨ ਭਗਤ ਜੀ ਤਾਂ RSS ਹੈ। ਇਹ ਕਹਿੰਦੇ RSS ਨਾਲ ਸਾਡਾ ਉਸ ਤਰੀਕੇ ਦਾ ਕੋਈ ਪੋਲੀਟੀਕਲ ਆਰਗੇਨਾਈਜੇਸ਼ਨ ਹੈ ਨਹੀਂ, ਅਤੇ ਫਿਰ RSS ਪ੍ਰਭਾਵਿਤ ਕਰ ਰਿਹਾ, ਨਾਨ ਪੋਲੀਟੀਕਲ ਹੋ ਕੇ ਵੀ ਪ੍ਰਭਾਵਿਤ ਕਰ ਰਿਹਾ ਸਰਕਾਰ ਨੂੰ। ਦੂਜਾ, ਇਹ ਜਿਹੜਾ ਰੌਲਾ ਪਿਆ ਹੈ, ਇਹ ਇੱਕ ਸੱਦਾ ਪੱਤਰ ਆਇਆ ਮੀਡੀਆ 'ਚ। ਉਹ ਸੱਦਾ ਪੱਤਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਮਾਨਯੋਗ ਰਾਸ਼ਟਰਪਤੀ ਰਾਸ਼ਟਰਪਤੀ ਜੀ ਵੱਲੋਂ ਜਿਹੜੇ ਬਾਹਰੋਂ G20 ਦੇ ਦੇਸ਼ਾਂ ਦੇ ਜਿਹੜੇ ਆਉਣੇ ਨੇ ਨੁਮਾਇੰਦੇ ਜਾਂ ਉਹਨਾਂ ਦੇ ਮੁਖੀ, ਉਹਨਾਂ ਨੂੰ ਰਾਤ ਦਾ ਭੋਜਨ ਦੇਣ ਵਾਸਤੇ ਹੈ। ਹੁਣ ਉਹ ਇੱਕ ਤਾਂ ਸੱਦਾ ਪੱਤਰ ਆਪਣੇ ਆਪ 'ਚ ਉਹਦੀ ਸ਼ਬਦਾਵਲੀ, ਉਹਦੀ ਸ਼ਕਲ ਅਕਲ, ਉਹ ਮੈਨੂੰ ਲੱਗਦੀ ਨਹੀਂ ਵੀ ਉਹ ਰਾਸ਼ਟਰਪਤੀ ਸਾਹਿਬਾ ਦੀ ਸੈਕਰੇਟਰੀਏਟ ਦੇ ਵਿੱਚੋਂ ਨਿਕਲਿਆ ਹੋਵੇ, ਕਿਉਂਕਿ ਉੱਥੇ ਹਰ ਸ਼ਬਦ ਨੂੰ ਦੇਖਿਆ ਜਾਂਦਾ, ਹਰ ਗੱਲ ਨੂੰ ਧਿਆਨ 'ਚ ਰੱਖਿਆ ਜਾਂਦਾ। ਸ਼ਬਦ ਕਿੱਡਾ ਵੱਡਾ ਹੋਵੇ, ਛੋਟਾ ਹੋਵੇ, ਅੱਖਰ ਕਿੱਡਾ ਵੱਡਾ ਹੋਵੇ, ਲਾਈਨ ਕਿੱਥੇ ਹੋਵੇ, ਉਹਨਾਂ ਦੇ ਵਿਚਾਲੇ ਫਰਕ ਕਿੰਨਾ ਹੋਵੇ। ਸੋ ਇਹ ਕੋਈ ਵੱਡੀ ਗੱਲ ਨਹੀਂ ਵੀ ਇਹਨਾਂ ਨੇ ਮੂੰਹ ਕਿਤੇ ਲਿਖਾ ਕੇ ਟੋਭੇ 'ਚ ਸੁੱਟੀ ਹੋਵੇ ਵੀ ਦੇਖ ਲਓ, ਐਂ ਵੀ ਹੋ ਸਕਦਾ ਹੈ। ਉੱਥੇ ਲਿਖਿਆ ਹੈ ਇਹ ਪ੍ਰੈਜ਼ੀਡੈਂਟ ਆਫ ਭਾਰਤ। ਹੁਣ ਪ੍ਰੈਜ਼ੀਡੈਂਟ ਆਫ ਭਾਰਤ ਸੰਵਿਧਾਨ 'ਚ ਕੋਈ ਸ਼ਬਦ ਹੀ ਨਹੀਂ ਹੈ। ਭਾਰਤ ਦੇ ਪ੍ਰਧਾਨ ਇਹ ਸੰਵਿਧਾਨ ਦੇ ਵਿੱਚ ਆਰਟੀਕਲ 52 ਦੇ ਵਿੱਚ ਲਿਖਿਆ ਪ੍ਰੈਜ਼ੀਡੈਂਟ ਆਫ ਇੰਡੀਆ, ਉੱਥੇ ਭਾਰਤ ਲਿਖਿਆ ਹੀ ਨਹੀਂ। ਹੁਣ ਜੇ ਇਹ ਸੱਦਾ ਪੱਤਰ ਸਰਕਾਰੀ ਹੈ, ਜਾਣੀ ਕਿ ਪ੍ਰੈਜ਼ੀਡੈਂਟ ਸਾਹਿਬਾ ਵੱਲੋਂ ਹੈ, ਤਾਂ ਇਹ ਸੱਦਾ ਪੱਤਰ ਹੈ ਹੀ ਨਹੀਂ। ਜਿਹੜਾ ਬੰਦਾ ਜਿੱਥੇ ਦਾ ਉਹਦਾ ਨਹੀਂ ਹੈ। ਜਿਵੇਂ ਰਿਜ਼ਰਵ ਬੈਂਕ ਆਫ ਇੰਡੀਆ ਦਾ ਗਵਰਨਰ ਹੈ, ਜੋ ਲਿਖੇ ਰਿਜ਼ਰਵ ਬੈਂਕ ਆਫ ਭਾਰਤ ਲਿਖ ਕੇ ਨੋਟ ਸਾਈਨ ਕਰਿਆ ਹੋਵੇ, ਨਕਲੀ ਨੋਟ ਹੈ, ਅਸਲੀ ਨਹੀਂ ਮੰਨਿਆ ਜਾਂਦਾ, ਚਾਹੇ ਉਹਦੇ ਸਾਈਨ ਵੀ ਹੋਣ। ਇਸ ਕਰਕੇ ਇਹ ਜਿਹੜਾ ਸੱਦਾ ਪੱਤਰ ਇਹ ਆਪਣੇ ਆਪ 'ਚ ਗਲਤ ਹੈ, ਇਹ ਸੰਵਿਧਾਨ ਦੇ ਉਲਟ ਹੈ। ਇਹ ਮੈਨੂੰ ਐਂ ਲੱਗਦਾ ਵੀ ਬਿਰਤਾਂਤ ਬਦਲਣ ਵਾਸਤੇ, ਇਹ ਇੱਕ ਨਵਾਂ ਲੋਕਾਂ ਦੇ ਵਿੱਚ ਪ੍ਰਤੀਕਿਰਿਆ ਦੇਖਣ ਵਾਸਤੇ ਕਰਿਆ ਗਿਆ ਹੈ, ਨਹੀਂ ਇਹਦਾ ਕੋਈ ਮਤਲਬ ਨਹੀਂ। ਦੂਜਾ ਪਾਸਾ ਇੰਡੀਆ ਗੱਠਜੋੜ ਦੇ ਜਿਹੜੇ ਪਾਰਟੀਆਂ ਨੇ, ਖਾਸ ਕਰਕੇ ਆਮ ਆਦਮੀ ਪਾਰਟੀ ਵੀ, ਉਧਰੋਂ ਵੀ ਬਿਆਨ ਆਉਂਦਾ ਹੈ ਕਿ ਇੰਡੀਆ ਤੋਂ ਘਬਰਾ ਗਏ ਨੇ ਇਹ, ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ। ਚਲੋ ਉਹ ਤਾਂ ਉਹਨਾਂ ਨੇ ਕਹਿਣਾ ਵੀ ਇਹ ਘਬਰਾ ਗਏ ਨੇ ਇੰਡੀਆ ਤੋਂ। ਮੈਂ ਇਹ ਵੀ ਕਹਿ ਸਕਦਾ ਵੀ ਉਹਨਾਂ ਨੇ ਤਾਂ ਭਾਰਤ ਵੀ ਕਿਹਾ, ਉਹਨਾਂ ਕਿਹਾ ਹੈ ਜੁੜੇਗਾ ਭਾਰਤ, ਜਿੱਤੇਗਾ ਇੰਡੀਆ। ਸੋ ਇਸ ਕਰਕੇ ਨਹੀਂ, ਉਹਨੇ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਨੇ ਪਹਿਲਾਂ ਕਰੀ ਸੀ। ਸੋ ਇਹਦੇ ਵਿੱਚ ਇੱਕ ਵੱਡੀ ਡਿਫੀਕਲਟੀ ਜਿਹੜੀ ਦਿੱਕਤ ਹੈ ਉਹ ਇਹ ਹੈ, ਤੁਸੀਂ ਕਹਿੰਦੇ ਹੋ ਅਸੀਂ ਇੰਡੀਆ ਨੂੰ ਭਾਰਤ, ਜਿਵੇਂ ਨਾਮ ਬਦਲ ਕੇ, ਕੋਈ ਫੱਟੇ ਬਦਲ ਕੇ ਕੰਮ ਨਹੀਂ ਹੁੰਦਾ, ਕੰਮ ਕਰਕੇ ਕੰਮ ਹੁੰਦਾ ਹੈ। ਮੋਦੀ ਜੀ ਨੇ ਉੱਥੇ ਆਪਾਂ ਨੂੰ ਪਤਾ ਜਹਾਜ਼ 'ਚ ਉਤਰਨ ਵੇਲੇ ਵੀ ਇਹੀ ਗੱਲ ਕਰੀ, ਜੇ ਤੁਸੀਂ ਗੱਲ ਚੰਗੀ ਕਰਦੇ ਹੋ, ਜਿਹੋ ਜਿਹੇ ਮਰਜ਼ੀ ਤੁਹਾਡੇ ਕੱਪੜੇ, ਕੋਈ ਨੇ ਨਹੀਂ ਪੁੱਛਣਾ, ਉਹ ਕਹਿੰਦੇ ਗੱਲ ਬੜੀ ਵਧੀਆ ਕਰੀ ਹੈ। ਸੋ ਅਸਲ 'ਚ ਜਿਹੜਾ ਹੈ ਇਹਨਾਂ ਦਾ ਹਾਲ ਇਹ ਹੈ, ਗੱਲੀਆਂ ਅਸੀਂ ਚੰਗੀਆਂ, ਅਚਾਰੀ ਬੁਰੀਆਂ, ਮਨੋਂ ਕਸੁੱਧ ਕਾਲੀਆਂ, ਬਾਹਰੋਂ ਚਿਟਵੀਆਂ। ਇਹ ਬਾਹਰੋਂ ਚਿਟਵੇ ਨੇ, ਅੰਦਰੋਂ ਇਹ ਕਸੁੱਧ ਕਾਲੇ ਨੇ। ਉਹਦੇ ਵਿੱਚੋਂ ਕਿੱਥੇ ਆਇਆ ਵੀ ਜਦ ਤੁਸੀਂ ਭਾਰਤ ਕਹਿਣ ਦੀ ਕੋਸ਼ਿਸ਼ ਕਰਦੇ ਹੋ, ਪਹਿਲਾਂ ਤਾਂ ਜਿਵੇਂ ਸੰਵਿਧਾਨ ਸਭਾ ਦੀਆਂ ਜਿਹੜੀਆਂ ਨੇ ਸੰਵਿਧਾਨ ਬਣਾਇਆ,
ਉਹ ਸਭਾ ਦੀਆਂ ਬਹਿਸਾਂ ਦੀ ਗੱਲ ਕਰਾਂ ਤਾਂ 1 ਨੰਬਰ ਆਰਟੀਕਲ ਦੇ ਉੱਤੇ 15 ਤੋਂ ਲੈ ਕੇ 17 ਨਵੰਬਰ 1948 ਤੱਕ ਲਗਾਤਾਰ ਬਹਿਸ ਹੋਈ ਜੀ। ਉਹ 'ਚ ਕਿੰਨੀ ਅਮੈਂਡਮੈਂਟ ਆਈਆਂ 83 ਤੋਂ ਲੈ ਕੇ 96 ਤੱਕ 14 ਅਮੈਂਡਮੈਂਟਾਂ ਜਿਹੜੀਆਂ ਨੇ ਜਾਣੀ ਕਿ ਤਰਮੀਮਾਂ ਸੁਝਾਅ ਦਿੱਤੇ ਗਏ ਜਿਹੜੇ ਉਹ ਇਹਦੇ ਵਿੱਚ ਨਾਮ ਵਗੈਰਾ 'ਤੇ ਆਏ ਨੇ। ਉੱਥੇ ਭਾਰਤ, ਹਿੰਦੁਸਤਾਨ, ਭਾਰਤ ਵਰਸ਼ ਸਭ ਕੁਝ ਚਰਚਾ ਹੋਈ ਹੈ। ਉਹ ਚਰਚਾ ਤੋਂ ਬਾਅਦ ਲਿਖਿਆ ਗਿਆ। ਹੁਣ ਇਹ ਆਪਦੇ ਆਪ ਹੀ ਜਿਹੜੀ ਐਡੀ ਵੱਡੀ ਸੰਵਿਧਾਨ ਸਭਾ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜੀ ਸੀ ਇਹ ਤੋਂ ਮਿੱਟੀ ਪਾਉਣਾ ਚਾਹੁੰਦੇ ਨੇ। ਸੋ ਇਹ ਇੱਕ ਤਾਂ ਆਪਣੇ ਆਪ 'ਚ ਹੀ ਗਲਤ ਹੈ ਵੀ ਐ ਨਹੀਂ ਵੀ ਉਹੀ ਬਿਨਾਂ ਸੋਚੇ ਸਮਝੇ ਲਿਖਿਆ ਗਿਆ ਨਾਮ, ਇਹ ਬਿਨਾਂ ਸੋਚੇ ਸਮਝੇ ਕਰ ਰਹੇ ਨੇ। ਉਹਨਾਂ ਦੀ ਜਿਹੜੀ ਸਿਆਸਤ ਹੈ ਸਾਰੇ ਜਾਣਦੇ ਕਿ ਕਿਸ ਲਾਈਨ ਦੇ ਉੱਤੇ ਆ, ਕਿਵੇਂ ਲਾਈਨ ਦੇ ਉੱਤੇ ਆ। ਤੁਸੀਂ ਇਸ ਨੂੰ ਕਿਉਂਕਿ ਲੋਕ ਜਿਨ੍ਹਾਂ ਦੇ ਕੋਲੇ ਪਹੁੰਚਿਆ ਦਸਤਾਵੇਜ਼ ਜਾਂ ਵਾਇਰਲ ਹੋਇਆ ਉਹ ਕਹਿੰਦੇ ਜੇ ਭਾਰਤ ਲਿਖਤਾ ਇੰਡੀਆ ਲਿਖਤਾ ਗੱਲ ਤਾਂ ਇੱਕ ਹੀ ਹੈ, ਇੰਨੀ ਕੋਈ ਗੱਲ ਨਹੀਂ ਮੰਨਦੇ। ਨਹੀਂ, ਉਹ ਇਹਨਾਂ ਨੇ ਲੋਕਾਂ ਦੀ ਸੋਚ ਹੀ ਇੰਨੀ ਬਣਾਤੀ, ਇਹਨਾਂ ਨੇ ਲੋਕਾਂ ਦੀ ਸੋਚ ਹੀ ਇੰਨੀ ਬਣਾਤੀ। ਤੁਸੀਂ ਰੋਜ਼ ਜਿੰਨੇ ਵੀ ਲੋਕ ਨੇ ਕਿਤੇ ਕਿਸੇ ਨੇ ਜਾਣਾ ਹੋਵੇ ਤੇ ਉਹਦੇ ਉੱਤੇ ਵੀ ਉਹ ਲਿਖਤਾ ਭਾਰਤ ਲਿਖਤਾ ਕਿ ਇੰਡੀਆ ਲਿਖਤਾ, ਕਿਸੇ ਦਾ ਨਾਮ ਇੱਕ ਸਪੈਲਿੰਗ ਗਲਤ ਲਿਖ ਦਿਓ ਸੰਦੀਪ DIP ਤੇ DWP 'ਚ ਫਰਕ ਪੈ ਜਾਏਗਾ ਉਹਦੀ। ਬੰਦਾ ਕਹੇਗਾ ਨਾ ਜੀ ਇਹ ਤਾਂ ਉਹ ਹੈ ਹੀ ਨਹੀਂ, ਸਰਟੀਫਿਕੇਟ ਹੋਰ ਹੈ। ਸੋ ਇੱਕ E ਤੇ I ਨਾਲ ਫਰਕ ਪੈ ਜਾਂਦਾ ਤੇ ਇੰਡੀਆ ਤੇ ਭਾਰਤ ਨਾਲ ਫਰਕ ਕਿਉਂ ਨਹੀਂ ਪਊਗਾ? ਜਿਹੜੇ ਬੰਦੇ ਨੇ ਪਤਾ ਹੀ ਨਹੀਂ, ਮੈਂ ਤੁਹਾਨੂੰ ਪਹਿਲਾਂ ਕਹੀ ਜਾਂਦਾ ਵੀ ਰਿਜ਼ਰਵ ਬੈਂਕ ਆਫ ਭਾਰਤ ਲਿਖ ਕੇ ਜੇ ਨੋਟ ਛਪੇਗਾ ਜਿੰਨਾ ਚਿਰ ਉਹ ਵਿਧੀਵਤ ਬਦਲਾਅ ਨਹੀਂ ਹੁੰਦਾ ਉਹ ਨੋਟ ਨਕਲੀ ਹੋਏਗਾ, ਉਹ ਅਸਲੀ ਮੰਨਿਆ ਨਹੀਂ ਜਾ ਸਕਦਾ। ਇਹ ਜਿਹੜੀ ਗੱਲ ਜਿਨ੍ਹਾਂ ਨੂੰ ਪਤਾ ਨਹੀਂ ਕੋਲ ਫਿਰ ਫਰਕ ਹੁੰਦਾ ਸਮਝ, ਕਿਉਂਕਿ ਉਹਨਾਂ ਨੂੰ ਆਪ ਨੂੰ ਨਹੀਂ ਬਹੁਤਿਆਂ ਨੂੰ ਆਉਂਦਾ। ਹੁਣ ਤਾਂ ਯੂਨੀਵਰਸਿਟੀਆਂ ਇੰਨਾ ਗਲਤ ਲਿਖਦੀਆਂ ਨੇ, ਉਹ ਕਹਿੰਦੇ ਫਿਰ ਕੀ ਹੋ ਗਿਆ ਜੇ ਲਿਖਤਾ। ਇੱਥੇ ਇੱਕ ਪੰਜਾਬੀ ਵਾਲਾ ਕਹਿ ਰਿਹਾ ਸੀ, ਕਹਿੰਦਾ ਜੇ ਤਾਂ ਸਪੈਲਿੰਗ ਤਾਂ ਹਰ ਇੱਕ ਆਪਦੇ ਲਿਖਦਾ। ਜੇ ਪੰਜਾਬੀ ਦੇ ਮੁਖੀ ਵੱਡੇ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਦੇ ਕਹਿੰਦੇ ਨੇ ਵੀ ਤਾਂ ਹਰੇਕ ਆਪਦੇ ਸ਼ਬਦ ਜੋੜ ਬਣਾਉਂਦਾ ਹੈ ਤੇ ਫਿਰ ਇੱਥੋਂ ਪਤਾ ਲੱਗ ਹੀ ਜਾਂਦਾ ਵੀ ਸਾਡੇ ਵਿਦਵਤਾ ਦਾ ਕੀ ਹਾਲ ਹੈ, ਆਮ ਬੰਦਿਆਂ ਦਾ ਵਿਚਾਰਿਆਂ ਦਾ ਕੀ ਹੈ। ਸੋ ਆਮ ਬੰਦੇ ਕਹਿ ਸਕਦੇ ਨੇ। ਹੁਣ ਮੈਂ ਗੱਲ ਕਰਨਾ ਸੰਵਿਧਾਨ ਦੇ ਅਨੁਸਾਰ ਹੁੰਦਾ ਸਾਰਾ ਕੁਛ। ਪਹਿਲੀ ਗੱਲ ਤਾਂ ਜੇ ਮੈਂ ਪਹਿਲੇ 20 ਆਰਟੀਕਲਾਂ ਦੀ ਸਿਰਫ ਗੱਲ ਕਰਾਂ, ਪਹਿਲਾ 5ਵਾਂ 6ਵਾਂ 7ਵਾਂ 8ਵਾਂ 9ਵਾਂ 10ਵਾਂ 12ਵਾਂ 14ਵਾਂ 17ਵਾਂ ਤੇ 18ਵਾਂ ਇਹ ਆਰਟੀਕਲਾਂ ਦੇ ਵਿੱਚ ਤਰਮੀਮ ਕਰਨੀ ਪਏਗੀ, ਅਮੈਂਡਮੈਂਟ ਕਰਨੀ ਪਏਗੀ। ਜੇ ਮੈਂ ਬਾਕੀ ਨਹੀਂ ਗਿਣੇ, ਮੈਂ ਸਿਰਫ ਇੰਨੇ ਪਹਿਲੇ ਜਿਹੜੇ ਤੁਸੀਂ ਗਣਾਏ ਇਹਨਾਂ 'ਚ ਜ਼ਰੂਰੀ ਕਿਉਂ ਹੈ? ਇਹਨਾਂ 'ਚ ਕਿਉਂਕਿ ਉੱਥੇ ਇੰਡੀਆ ਸ਼ਬਦ ਲਿਖਿਆ ਹੋਇਆ ਹੈ, ਉੱਥੇ ਭਾਰਤ ਹੈ ਹੀ ਨਹੀਂ। ਸੋ ਉਹਦੀ ਥਾਂ 'ਤੇ ਭਾਰਤ ਪਾਉਣਾ ਪਊਗਾ, ਨਹੀਂ ਤਾਂ ਕਾਨੂੰਨ ਹੀ ਗਲਤ ਹੋ ਗਿਆ। ਇਹੀ ਤਾਂ ਫਰਕ ਹੈ। ਜਿਵੇਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ, ਕੋਈ ਬੰਦਾ ਇਕੱਲਾ ਹਰਿਆਣਾ ਹਾਈ ਕੋਰਟ ਲਿਖ ਦੇ ਉਹ ਗਲਤ ਹੈ, ਉਹ ਪਟੀਸ਼ਨ ਉੱਥੇ ਦਰਜ ਹੀ ਨਹੀਂ ਹੋ ਸਕਦਾ। ਕੋਈ ਪੰਜਾਬ ਹਾਈ ਕੋਰਟ ਲਿਖ ਦੇ ਤਾਂ ਨਹੀਂ ਦੇ ਸਕਦਾ। ਕੋਈ ਕਹੇ ਵੀ ਕਿਉਂਕਿ ਚੰਡੀਗੜ੍ਹ ਦਾ ਵੀ ਇਹੀ ਹਾਈ ਕੋਰਟ ਲਿਖਦੇ ਪੰਜਾਬ ਹਰਿਆਣਾ ਐਂਡ ਚੰਡੀਗੜ੍ਹ ਹਾਈ ਕੋਰਟ ਤਾਂ ਵੀ ਨਹੀਂ ਲਿਖਿਆ ਜਾ ਸਕਦਾ, ਕਿਉਂਕਿ ਨਾਮ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ, ਕੰਮ ਜਿਹੜਾ ਮਰਜ਼ੀ ਹੈ। ਸੋ ਇਸ ਕਰਕੇ ਸਮਝਣਾ ਚਾਹੀਦਾ ਹੁੰਦਾ ਹੈ ਵੀ ਜਿਹੜਾ ਨਾਮ ਹੈ ਉਹ ਬਦਲਿਆ ਨਹੀਂ ਜਾ ਸਕਦਾ ਹੁੰਦਾ। ਇਹਨਾਂ ਨੇ ਨਾਮ ਬਦਲਣ ਦੀ ਕੋਸ਼ਿਸ਼ ਕਰੀ ਹੈ। ਜੇ ਬਦਲਣਾ ਫਿਰ ਸਾਰੇ ਸਿਧਾਂਤ ਤਰਮੀਮਾਂ ਕਰਨੀਆਂ ਨੇ। ਉਹ ਜਿਹੜੀਆਂ ਸਾਰੇ ਸੰਵਿਧਾਨ 'ਚ ਅਮੈਂਡਮੈਂਟਾਂ ਕਰਨੀਆਂ ਨੇ ਉਹਦੇ ਵਾਸਤੇ 2/3 ਬਹੁਮਤ ਚਾਹੀਦਾ। ਉਹ 2/3 ਬਹੁਮਤ ਇਹਨਾਂ ਕੋਲ ਹੈ ਹੀ ਨਹੀਂ। ਇਸ ਕਰਕੇ ਮਾਰ ਖਾਣਗੇ, ਉਹ ਤਾਂ ਕਰੀ ਨਹੀਂ ਜਾ ਸਕਦੀ। ਇਹ ਤਾਂ ਇਹਦਾ ਮਤਲਬ ਸਗੂ ਛੱਡੋ, ਇਰਾਦਾ ਇਹਨਾਂ ਦਾ ਹੈਗਾ ਕਿਉਂਕਿ ਭਾਰਤ ਇੱਕ ਰਾਜਾ ਹੋਇਆ ਮਿਥਿਹਾਸ ਦੇ ਤੌਰ ਤੇ। ਇਹਨੂੰ ਇਤਿਹਾਸ ਕਹਿੰਦੇ ਨੇ। ਇਹ ਮੈਂ ਇਹਨੂੰ ਮਿਥਿਹਾਸ ਕਹਾਂ ਨਾ ਕਹਾਂ, ਉਹ ਜੋ ਇਹ ਕਹਿੰਦੇ ਨੇ ਉਹ ਭਾਰਤ ਰਾਜਾ ਸ਼ਕੁੰਤਲਾ ਤੇ ਉਹਦਾ ਕਹਾਣੀ ਤੁਸੀਂ ਸੁਣੀ ਹੋਈ ਹੈ ਦੁਸ਼ਯੰਤ ਦੀ। ਉਹ ਭਾਰਤ ਉਹਨਾਂ ਦਾ ਮੁੰਡਾ ਸੀ ਤੇ ਜਦ ਦੁਸ਼ਯੰਤ ਨੇ ਉਹਨੂੰ ਛੱਡਤਾ ਸੀ, ਉਹ ਜਿਹੜਾ ਪੈਦਾ ਹੋਇਆ ਸੀ ਵੀ ਉਹ ਮੱਛੀ 'ਚ ਜੀ ਮੁੰਦਰੀ ਜੀ ਫਲਾਣਾ ਜੀ, ਉਹ ਸਾਰੀ ਕਹਾਣੀ ਤੁਸੀਂ ਜਾਣਦੇ ਹੋ। ਉਹ ਭਾਰਤ ਦੇ ਨਾਂ ਦੇ ਉੱਤੇ, ਕਿਉਂਕਿ ਇਹਨਾਂ ਨੂੰ ਪੁਰਾਣੀਆਂ ਗੱਲਾਂ ਪੁਰਾਣਾ ਸਾਰਾ ਕੁਝ ਦੇਖਣ ਦੀ ਆਦਤ, ਨਵਾਂ ਤਾਂ ਕੁਝ ਕਰਨਾ ਨਹੀਂ। ਫਿਰ ਪੁਰਾਣੀ ਖੋਦ ਕੇ ਦੇਖਦਾ। ਜਿਹੜਾ ਬੰਦਾ ਆਪ ਗਰੀਬ ਹੋਵੇ ਨਾ ਉਹ ਘਰੇ ਮਿੱਟੀ ਪੱਟੀ ਜਾਂਦਾ ਵੀ ਸ਼ਾਇਦ ਸਾਡੇ ਬਜ਼ੁਰਗਾਂ ਨੇ ਕੋਈ ਖਜ਼ਾਨੇ ਇਹਨਾਂ ਦਬਾਇਆ ਹੋਵੇ, ਉਹ ਸਾਰਾ ਘਰ ਪੱਟ ਕੇ ਸੁੱਟ ਦਿੰਦਾ, ਉਹ ਖਜ਼ਾਨਾ ਭਾਵੇਂ ਨਾ ਹੀ ਹੋਵੇ। ਤੁਸੀਂ ਇਹਨਾਂ ਦੇ ਸ਼ਗੂਫਿਆਂ ਦੀ ਗੱਲ ਕੀਤੀ, ਇੱਕ ਗੱਲ ਹੋਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਵਨ ਇਲੈਕਸ਼ਨ ਵਨ ਨੇਸ਼ਨ ਵਾਲੀ ਗੱਲ। ਉਹ ਤੁਹਾਨੂੰ ਕਿੰਨੀ ਕੁ ਜਾਪਦੀ ਹੈ ਕਿ ਸਹੀ ਦਿਸ਼ਾ ਲਿਜਾ ਸਕਦੀ ਹੈ ਕਿ ਜਾਂ ਬਿਲਕੁਲ? ਮੈਂ ਉਹਦੇ 'ਤੇ ਆਉਣਾ ਪਹਿਲਾਂ। ਦੂਜੇ ਇਹਦੇ 'ਚ ਕੀ ਕਰਨਾ ਪਊ, ਜਿਵੇਂ ਆਪਾਂ ਕਹਿੰਦੇ ਹਾਂ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੀ ਕਰਨਗੇ, ਫਿਰ ਭਾਰਤ ਲਿਖਣਾ ਪਊ, ਫਿਰ ਚੋਣਾਂ ਨਹੀਂ ਤਾਂ ਅਵੈਧ ਹੋ ਜਾਣਗੀਆਂ। ਇਸੇ ਤਰ੍ਹਾਂ ਹੀ ਰਿਜ਼ਰਵ ਬੈਂਕ ਆਫ ਇੰਡੀਆ, ਇਹ 'ਚ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ। ਫਿਰ ਇਹ ਕਹਿੰਦੇ ਸੀ ਆਪ ਹੀ ਸਕਿੱਲ ਇੰਡੀਆ, ਬਿਲਕੁਲ ਇਹ ਡਿਜੀਟਲ ਇੰਡੀਆ, ਮੇਡ ਇਨ ਇੰਡੀਆ, ਠੀਕ ਹੈ ਨਾ। ਸੋ ਉਹ ਕਿੱਥੇ ਜਾਏਗਾ? ਇਹ ਤਾਂ ਸਾਰਾ ਕੁਝ ਇੰਡੀਆ ਦਾ ਹੀ ਕਰ ਦਿੰਦਾ। ਸੋ ਇਸ ਕਰਕੇ ਇਹੋ ਜਿਹੀਆਂ ਜਿਹੜੇ ਸ਼ਗੂਫੇ ਹੁੰਦੇ ਨੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਸ਼ਗੂਫ ਹੀ ਛੱਡੇ ਨੇ। ਇਹ ਐਕਸਪਲੇਨ ਤਾਂ ਕਰਨ ਵੀ ਅਸੀਂ ਕਿੱਥੇ ਕਿੱਥੇ ਬਦਲਾਂਗੇ। ਇੰਡੀਅਨ ਰੇਲਵੇ, ਫਿਰ ਬਾਕੀ ਇਹ ਕੋਈ ਲੋੜ ਨਹੀਂ। ਇੰਡੀਅਨ ਆਇਲ, ਹਾਂ ਭਾਰਤ ਸੰਚਾਰ ਨਿਗਮ ਲਿਮਟਿਡ ਵੀ ਹੈਗੀ ਸੀ। ਭਾਰਤ ਲਿਖਣ 'ਚ ਕੋਈ ਇਤਰਾਜ਼ ਨਹੀਂ ਹੈ, ਪਰ ਸੰਵਿਧਾਨ 'ਚ ਬਦਲਾਅ ਕਰਨਾ ਪਏਗਾ ਇੱਕ ਤਾਂ। ਦੂਜੀ ਗੱਲ, ਬਿਨਾਂ ਸੰਵਿਧਾਨ 'ਚ ਬਦਲਾਅ ਕਰੇ ਤੁਸੀਂ ਕੋਈ ਨਵੀਂ ਸੰਸਥਾ ਬਣਾਉਣਾ, ਕੁਛ ਬਣਾਓ, ਉੱਥੇ ਲਿਖ ਲਓ ਭਾਰਤ, ਕੋਈ ਗੱਲ ਨਹੀਂ, ਕਿਸੇ ਨੇ ਨਹੀਂ ਰੋਕਿਆ। ਕਿਉਂਕਿ ਉੱਥੇ ਇਹ ਤਾਂ ਕਿਤੇ ਨਹੀਂ ਲਿਖਿਆ ਵੀ ਤੁਸੀਂ ਭਾਰਤ ਨਹੀਂ ਲਿਖ ਸਕਦੇ। ਪਰ ਜਿੱਥੇ ਭਾਰਤ ਨਹੀਂ ਲਿਖਿਆ ਹੋਇਆ ਉੱਥੇ ਬਦਲਾਅ ਕਰਨਾ ਪਊਗਾ ਕਾਨੂੰਨ 'ਚ।
ਨਹੀਂ ਤਾਂ ਸਾਰਾ ਗੜਬੜ ਹੋ ਜਾਏਗੀ। ਆਪਾਂ ਐਂ ਥੋੜ੍ਹਾ ਬਦਲ ਸਕਦੇ ਆਪਾਂ ਨੂੰ ਪਤਾ ਰੋਜ਼ ਹੀ ਸਪੈਲਿੰਗ ਨਾਮ ਬਦਲਦੇ ਨੇ ਬੱਚੇ, ਸੋ ਸਾਰੇ ਸਰਟੀਫਿਕੇਟ 'ਚ ਬਦਲਣਾ ਪੈਂਦਾ, ਨਹੀਂ ਤਾਂ ਲਿਖਣਾ ਪੈਂਦਾ ਅਲਾਇਸ। ਬਿਲਕੁਲ। ਸੋ ਇਸ ਕਰਕੇ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਵੀ ਇਹ ਨਾਮ ਬਦਲੀ ਬਹੁਤ ਵੱਡਾ ਕੰਮ ਹੈ, ਇਹ ਛੋਟਾ ਨਹੀਂ ਹੈ, ਇਹ ਦੇਸ਼ ਦਾ ਨਾਮ ਬਦਲੀ ਹੈ। ਹੁਣ ਆਪਾਂ ਨੇ ਚੋਣ 'ਤੇ ਜਦ ਇਹ ਕਹਿੰਦੇ ਨੇ ਵੀ ਇੱਕ ਰਾਸ਼ਟਰ ਤੇ ਇੱਕ ਚੋਣ, ਇਹ ਇੱਕ ਦੇਸ਼ ਨਹੀਂ ਕਹਿੰਦੇ, ਬਹੁਤ ਸਾਰੇ ਲੋਕਾਂ ਨੂੰ ਉਹ ਕਹਿੰਦੇ ਵਨ ਨੇਸ਼ਨ ਵਨ ਇਲੈਕਸ਼ਨ। ਰਾਸ਼ਟਰ ਦਾ ਮਤਲਬ ਇਹਦਾ ਹਿੰਦੂ ਰਾਸ਼ਟਰ ਤੋਂ ਹੀ ਆ। ਇੱਕ ਤਾਂ ਉਹ ਵੀ ਉਹ ਸੰਵਿਧਾਨਕ ਤੌਰ 'ਤੇ ਵੀ ਗਲਤ ਹੈ, ਉਹ ਵਿਹਾਰਕ ਤੌਰ 'ਤੇ ਵੀ ਗਲਤ ਹੈ, ਉਹ ਆਰਥਿਕ ਤੌਰ 'ਤੇ ਵੀ ਗਲਤ ਹੈ, ਉਹ ਪ੍ਰਸ਼ਾਸਨਿਕ ਤੌਰ 'ਤੇ ਵੀ ਗਲਤ ਹੈ। ਹੁਣ ਆਪਾਂ ਆਉਣੇ ਕਿਵੇਂ ਸੰਵਿਧਾਨਕ ਤੌਰ 'ਤੇ ਇਸ ਕਰਕੇ ਗਲਤ ਹੈ ਕਿ ਸੰਵਿਧਾਨ ਦੇ ਵਿੱਚ ਜਿਹੜੀ ਲੋਕ ਸਭਾ ਹੈ ਉਹ ਚੁਣੀ ਜਾਂਦੀ ਹੈ, ਉਹਦੀ ਚੋਣ ਦੇ ਵਿੱਚ ਇਹਨਾਂ ਨਾਲ ਪੰਚਾਇਤਾਂ ਵੀ ਪਾਤੀਆਂ। ਜਿਹੜੀ ਕਮੇਟੀ ਬਣਾਈ ਨਾ 8 ਮੈਂਬਰੀ, ਉਹਦੇ 'ਚ ਇੱਕ ਮੈਂਬਰ ਅਧੀਰ ਰੰਜਨ ਚੌਧਰੀ ਛੱਡ ਗਏ, ਬਾਕੀ 7 ਰਹਿ ਗਏ। ਉਹਦੇ 'ਚ ਇਹਨਾਂ ਨੇ ਪੰਚਾਇਤਾਂ ਅਤੇ ਮਿਊਨਿਸਪਲ ਕਮੇਟੀਆਂ ਵੀ ਪਾਤੀਆਂ। ਹੁਣ ਸੰਵਿਧਾਨ 'ਚ ਪੰਚਾਇਤਾਂ ਦੀ ਮਿਊਨਿਸਪਲ ਕਮੇਟੀਆਂ ਜਿਹੜੀਆਂ ਨੇ ਸੂਬਿਆਂ ਦਾ ਹੱਕ ਹੈ, ਉੱਥੇ ਸੂਬਾ ਚੋਣ ਕਮਿਸ਼ਨ ਵੱਖਰੇ ਹੁੰਦੇ ਨੇ, ਇਸ ਕਰਕੇ ਉਹ ਤਾਂ ਸੰਵਿਧਾਨ ਦੇ ਉਲਟ ਹੋ ਗਿਆ। ਦੂਜਾ ਕੀ ਹੈ ਕਿ ਭਾਰਤ ਦੇਸ਼ ਹੈ ਜਿਹੜਾ, ਜਿਹਨੂੰ ਚਲੋ ਰਾਸ਼ਟਰ ਕਹਿ ਦਿਓ ਇਹਨਾਂ ਨੂੰ, ਉਹਦੇ ਵਿੱਚ ਪ੍ਰੈਜ਼ੀਡੈਂਟ ਰੂਲ ਨਹੀਂ ਲਾਗੂ ਹੋ ਸਕਦਾ ਕਦੀ ਵੀ। ਜਿਵੇਂ ਜੇ ਇੰਦਰਾ ਗਾਂਧੀ ਮਰੀ ਸੀ ਤਾਂ ਉਹ ਪਹਿਲਾਂ ਰਾਜੀਵ ਗਾਂਧੀ ਨੂੰ ਸਹੁੰ ਖਿਲਾਈ, ਫਿਰ ਉਹਨੂੰ ਡੈਥ ਡਿਕਲੇਅਰ ਕਰੀ ਹੈ। ਪ੍ਰਾਈਮ ਮਿਨਿਸਟਰ ਹੋਣਾ ਜ਼ਰੂਰੀ ਹੈ ਦੇਸ਼ ਦਾ, ਕੈਬਨਿਟ ਹੋਵੇ ਨਾ ਹੋਵੇ। ਸੋ ਜਦ ਪ੍ਰਾਈਮ ਮਿਨਿਸਟਰ ਰਿਜ਼ਾਈਨ ਕਰਦਾ ਉਦੋਂ ਰਾਸ਼ਟਰਪਤੀ ਕਹਿੰਦੇ ਤੁਸੀਂ ਹੁਣ ਐਕਟਿੰਗ ਪ੍ਰਾਈਮ ਮਿਨਿਸਟਰ ਹੋਵੋਗੇ। ਇੱਕ ਦਿਨ ਵੀ ਇੱਥੇ ਰਾਸ਼ਟਰਪਤੀ ਰਾਜ ਨਹੀਂ ਲੱਗ ਸਕਦਾ, ਪਰ ਸੂਬਿਆਂ 'ਚ ਲੱਗ ਸਕਦਾ। ਸੂਬਿਆਂ 'ਚ ਤਾਂ ਸਰਕਾਰਾਂ ਟੁੱਟ ਜਾਂਦੀਆਂ ਨੇ, ਗਿਣਤੀ ਘੱਟ ਵੱਧ ਜਾਂਦੀ ਹੈ। ਸੂਬਿਆਂ ਦੇ ਵਿੱਚ ਕੋਈ ਉੱਦਾਂ ਕੋਈ ਕੁਦਰਤੀ ਆਫਤਾਂ ਆ ਗਈਆਂ ਤਾਂ ਲਾਤਾ, ਕੋਈ ਲਾ ਐਂਡ ਆਰਡਰ ਹੋ ਗਿਆ ਤਾਂ ਲਾਤਾ, ਥਾਂ ਥਾਂ 'ਤੇ ਲਾਉਂਦੇ ਨੇ। ਆ ਪੰਜਾਬ 'ਚ ਆਪਾਂ ਨੂੰ ਪਤਾ ਹੀ ਹੈ, ਪਹਿਲਾਂ ਦਰਬਾਰ ਸਿੰਘ ਦੀ ਸਰਕਾਰ ਤੋੜ ਕੇ ਲਾਇਆ, ਫਿਰ ਬਰਨਾਲਾ ਸਾਹਿਬ ਦੀ, ਉਦੋਂ ਪਹਿਲਾਂ ਜੇ ਮੈਂ ਦੇਖਾਂ ਸਰ ਗੁਰੂ ਨਾਨਕ ਸਿੰਘ ਦੀ ਸਰਕਾਰ ਵੇਲੇ ਲਾਇਆ, ਉਦੋਂ ਪਹਿਲਾਂ ਜੇ ਮੈਂ ਦੇਖਾਂ ਪੈਪਸੂ ਦੇ ਗਿਆਨ ਸਿੰਘ ਰਾੜੇਵਾਲ ਦੀ ਸਰਕਾਰ ਤੋੜ ਕੇ ਲਾਇਆ ਸੀ। ਸੋ ਇਹ ਪ੍ਰੈਜ਼ੀਡੈਂਟ ਰੂਲ ਸੂਬਿਆਂ 'ਚ ਲੱਗ ਸਕਦਾ ਇੱਕ ਤਾਂ। ਹੁਣ ਜੇ ਤੁਸੀਂ ਲੋਕ ਸਭਾ ਦੀ ਚੋਣ ਕਰਾ ਲਈ, ਤੁਸੀਂ ਕਹਿੰਦੇ ਨਾਲ ਅਸੀਂ ਵਿਧਾਨ ਸਭਾ ਬੰਦੀਆਂ ਕਰਾ ਲਈਆਂ, ਲੋਕ ਸਭਾ ਦੇ ਵਿੱਚ ਹੰਗ ਜਿਹਨੂੰ ਕਹਿੰਦੇ ਲੋਕ ਸਭਾ ਆ ਗਈ, ਕੋਈ ਸਹਿਮਤੀ ਬਣੇ ਨਾ, ਫਿਰ ਦੁਬਾਰਾ ਸਾਰੀਆਂ ਚੋਣਾਂ ਕਰਾਓਗੇ, ਜਿੱਥੇ ਜਿੱਤ ਗਏ ਉਹਨਾਂ ਨੂੰ ਵੀ ਫਿਰ ਦੁਬਾਰਾ ਕਰਾਓਗੇ। ਦੂਜਾ ਲੋਕ ਸਭਾ ਚੋਣ ਕਰਾ ਲਈ, ਲੋਕ ਸਭਾ ਟੁੱਟ ਗਈ ਜਲਦੀ, ਕੋਈ ਗੱਠਜੋੜ ਬਣ ਗਿਆ, ਉਹ ਗੱਠਜੋੜ ਨੇ ਸਪੋਰਟ ਵਿਡਰਾ ਕਰ ਲਿਆ, ਜਿਵੇਂ ਕਿ 91 'ਚ ਹੋਇਆ, ਚੰਦਰ ਸ਼ੇਖਰ ਦੀ ਸਰਕਾਰ ਟੁੱਟੀ। ਉਦੋਂ ਬਾਅਦ ਦੇਵੇ ਗੌਡਵਾ ਸਾਹਿਬ ਅਤੇ ਆਪਣੇ ਗੁਜਰਾਲ ਸਾਹਿਬ ਦੀ ਸਰਕਾਰ ਟੁੱਟੀ। ਉਦੋਂ ਬਾਅਦ ਵਾਜਪਾਈ ਸਾਹਿਬ ਦੀ ਸਰਕਾਰ, ਜਿਹੜੀ ਇਹਨਾਂ ਦੇ ਆਪਦੇ ਪ੍ਰਾਈਮ ਮਿਨਿਸਟਰ ਸੀਗੇ, 13 ਦਿਨ 13 ਮਹੀਨੇ 53 ਮਹੀਨੇ, ਇਹ ਵੀ ਸਭ ਨੂੰ ਪਤਾ ਹੀ ਹੈ। ਸੋ ਜੇ ਲੋਕ ਸਭਾ ਟੁੱਟ ਜਾਂਦੀ ਹੈ ਕਿਸੇ ਨਾ ਕਿਸੇ ਕਾਰਨ ਕਰਕੇ, ਤੇ ਫਿਰ ਇਹਦਾ ਮਤਲਬ ਅਸੈਂਬਲੀਆਂ ਵੀ ਗਈਆਂ ਨਾਲ ਹੀ, ਇਹ ਫਿਰ ਖਰਚਾ ਤਾਂ ਸਮਾਂ ਵੱਧ ਗਿਆ। ਇਹ ਵੀ ਇਸ ਕਰਕੇ ਗੱਲ ਹਾਲਾਂਕਿ ਦਲੀਲ ਪਿੱਛੇ ਇਹ ਦਿੱਤੀ ਜਾ ਰਹੀ ਖਰਚੇ ਬਹੁਤ ਘਟਾਉਣੇ। ਮੈਂ ਇਹ ਖਰਚੇ ਨਹੀਂ ਘਟਦੇ। ਦੂਜੇ ਪਾਸੇ ਤੁਸੀਂ ਲਾਤਾ ਪ੍ਰੈਜ਼ੀਡੈਂਟ ਰੂਲ, ਅਜੇ ਗੜਬੜ ਚੱਲ ਰਹੀ ਹੈ, ਲੋਕ ਸਭਾ ਦੀਆਂ ਚੋਣਾਂ ਆ ਗਈਆਂ, ਜਿਵੇਂ ਆਪਾਂ ਲਾ ਲਓ ਮਈ 'ਚ ਚੋਣਾਂ ਅਪ੍ਰੈਲ 'ਚ ਹੋਣੀਆਂ ਨੇ। ਇੱਥੇ ਪੰਜਾਬ 'ਚ ਮੰਨ ਲਓ ਜਾਂ ਕਿਸੇ ਸੂਬੇ 'ਚ ਲਾ ਦਿੰਦੇ ਵੀ ਇਹ ਤਾਂ ਵੀ ਗੜਬੜ, ਮਣੀਪੁਰ 'ਚ ਜਿਵੇਂ ਚੱਲ ਰਿਹਾ, ਉੱਥੇ ਲਾ ਦਿੰਦੇ ਵੀ ਇਹ ਤਾਂ ਗੜਬੜ ਹੈ, ਅਸੀਂ ਇਸ ਕਰਕੇ ਪ੍ਰੈਜ਼ੀਡੈਂਟ ਰੂਲ ਲਾਤਾ। ਉਹ ਪ੍ਰੈਜ਼ੀਡੈਂਟ ਰੂਲ ਚੱਲੀ ਜਾਵੇ, ਲੋਕ ਸਭਾ ਦੀਆਂ ਚੋਣਾਂ ਹੋ ਜਾਣ, 3 ਮਹੀਨੇ ਬਾਅਦ ਉੱਥੇ ਹਾਲਤ ਠੀਕ ਹੋ ਜੇ, ਫਿਰ ਮਣੀਪੁਰ ਚੋਣਾਂ ਨਹੀਂ ਹੋਣੀਆਂ, ਇਹਦਾ ਮਤਲਬ ਪ੍ਰੈਜ਼ੀਡੈਂਟ ਰੂਲ ਹੀ 5 ਸਾਲ ਰਹੇਗਾ। ਇਹ 'ਚੋਂ ਇਹ ਨਿਕਲਦਾ ਇੱਕ ਅਧਿਕਾਰ ਵੱਲ ਨੂੰ ਵਧਣਾ। ਜਿਹੜੇ ਇਹ ਪੰਚਾਇਤਾਂ ਨੂੰ ਅਤੇ ਮਿਊਨਿਸਪਲ ਕਮੇਟੀਆਂ ਨੂੰ ਜੋੜਦੇ ਨੇ, ਇਹਦਾ ਮਤਲਬ ਵੀ ਇਹੀ ਹੈ ਵੀ ਇੱਕ ਅਧਿਕਾਰ ਵੱਲ ਨੂੰ ਵਧਣਾ। ਜੇ ਸੂਬਿਆਂ ਦੀ ਸ਼ਕਤੀ ਬਿਲਕੁਲ ਹੀ ਛੀਨ ਕਰ ਦਿਓ, ਜਿਵੇਂ ਆ ਪ੍ਰੀਵੀ ਪਰਸ ਖਤਮ ਕਰੇ ਸੀ ਇਹਨਾਂ ਨੇ, ਬਾਅਦ 'ਚ ਪਹਿਲਾਂ ਰਾਜੇ ਰਿਆਸਤਾਂ ਦਾ ਖਤਮ ਕਰਤੀਆਂ, ਉਹਨਾਂ ਕਹਿੰਦਾ ਤੁਸੀਂ ਰਾਜੇ ਹੋਵੋਗੇ, ਤੁਹਾਨੂੰ ਇੰਨੇ ਪੈਸੇ ਵੀ ਮਿਲਣਗੇ। ਉਹੋ ਜਿਹਾ ਕੰਮ ਇਹਨਾਂ ਨੇ ਸਟੇਟ ਨਾਲ ਕਰ ਦੇਣਾ ਵੀ ਇੱਥੇ ਅਸੈਂਬਲੀ ਬਣਾ ਲਓ, ਆਪਦੀ ਪੈਨਸ਼ਨ ਲਈ ਜਾਓ, ਤਨਖਾਹ ਲਈ ਜਾਓ, ਨਿੱਕੇ ਮੋਟੇ ਕੰਮ ਕਰੀ ਜਾਓ, ਬਾਕੀ ਸਭ ਕੇਂਦਰ ਕਰੇਗਾ ਸਿੱਧਾ। ਸੋ ਇਹ ਫੈਡਰਲਿਜ਼ਮ ਦੇ ਉੱਤੇ ਵੱਡਾ ਹਮਲਾ ਹੋਏਗਾ। ਅਤੇ ਤੀਜਾ ਇਹ ਹੈ ਵੀ ਜੇ ਚੋਣਾਂ ਹੁੰਦੀਆਂ ਨੇ, ਹੁਣ ਜਿਹੜਾ ਰਵਾਇਤ ਬਣ ਗਈ ਵੀ ਚੋਣਾਂ ਤੋਂ ਬਾਅਦ ਕੋਈ ਪੁੱਛਦਾ ਨਹੀਂ ਹੈ, ਅਤੇ ਜੇ 5 ਸਾਲ ਪੁੱਛਣੇ ਹੀ ਨਹੀਂ ਨਾ ਸੂਬਿਆਂ 'ਚ ਨਾ ਕੇਂਦਰ 'ਚ, ਫਿਰ ਤਾਂ ਲੋਕਾਂ ਨੂੰ ਤਾਂ ਹੱਕ ਹੀ ਨਹੀਂ ਮਿਲਿਆ ਆਪਦੀ ਗੱਲ ਕਹਿਣ ਦਾ। ਹੁਣ ਜਦ ਵਾਰ-ਵਾਰ ਚੋਣ ਹੁੰਦੀ ਤਾਂ ਪਾਰਟੀਆਂ ਨੂੰ ਵਾਅਦੇ ਤਾਂ ਕਰਨੇ ਪੈਂਦੇ, ਉਹ ਤਾਂ ਕੰਮ ਹੀ ਨਹੀਂ ਕਰਦੀਆਂ ਪਾਰਟੀਆਂ। ਹੁਣ ਚੋਣਾਂ ਵੇਲੇ ਵਾਅਦੇ ਜ਼ਰੂਰ ਕਰਦੀਆਂ ਨੇ, ਫਿਰ ਇੱਕ ਦੋ ਪੂਰੇ ਵੀ ਕਰਦੀਆਂ ਨੇ, ਜਾਂ ਚੋਣਾਂ ਦੇ ਨੇੜੇ ਆ ਕੇ ਪੂਰੇ ਕਰਦੇ ਨੇ। ਸੋ ਇਸ ਕਰਕੇ ਲੋਕਾਂ ਦਾ ਜਿਹੜਾ ਵਾਰ-ਵਾਰ ਉਹਨਾਂ ਨੂੰ ਸਵਾਲ ਕਰਨਾ ਹੈ, ਉਹਦਾ ਮੌਕਾ ਖਤਮ ਕਰ ਰਹੇ ਨੇ। ਲੋਕਾਂ ਦੇ ਬੋਲਣ ਦੀ ਆਜ਼ਾਦੀ, ਲੋਕਾਂ ਦੇ ਕੁਐਸਚਨ ਕਰਨ ਦੀ ਆਜ਼ਾਦੀ। ਫਿਰ ਜਿਹੜੀ ਡੈਮੋਕ੍ਰੇਸੀ ਆ, ਡੈਮੋਕ੍ਰੇਸੀ ਜੀਵਿਤ ਕਰ ਰਹਿੰਦੀ ਹੈ। ਬੰਦਿਆਂ ਨੂੰ ਵੋਟ ਦੀ ਕੀਮਤ ਪਤਾ ਹੋਵੇ। ਜਦ ਇਹ ਵਾਰ-ਵਾਰ ਵੋਟਾਂ ਮਿਲਦੀਆਂ, ਕਦੇ ਪੰਚਾਇਤ ਦੀਆਂ ਪੈ ਗਈਆਂ, ਕਦੇ ਮਿਊਨਿਸਪਲ ਕਮੇਟੀਆਂ ਨੇ ਪੈ ਗਈਆਂ, ਕਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਪੈ ਗਈਆਂ, ਕਦੇ ਬਲਾਕ ਸੰਮਤੀ ਦੀਆਂ ਪੈ ਗਈਆਂ, ਕਦੇ ਅਸੈਂਬਲੀ ਦੀਆਂ ਪੈ ਗਈਆਂ, ਕਦੇ ਲੋਕ ਸਭਾ ਦੀਆਂ ਪੈ ਗਈਆਂ, ਕਦੇ ਬਾਈ ਇਲੈਕਸ਼ਨਾਂ ਹੋ ਗਈਆਂ, ਕਦੇ ਕਿਸੇ ਸੀਟ ਖਾਲੀ ਹੋ ਗਈ ਉਹਦੀਆਂ ਹੋ ਗਈਆਂ, ਤਾਂ ਲੋਕਾਂ ਨੂੰ ਪਤਾ ਰਹਿੰਦਾ ਵੀ ਹਾਂ ਯਾਰ ਵੋਟ ਦੀ ਕੋਈ ਕੀਮਤ ਹੈ। ਜੇ 5 ਸਾਲਾਂ ਬਾਅਦ ਤਾਂ ਉਹਨੂੰ ਪਤਾ ਹੀ ਨਹੀਂ ਰਹਿਣਾ ਵੀ ਵੋਟ ਦੀ ਵੀ ਕੋਈ ਕੀਮਤ ਹੈ, 5 ਸਾਲਾਂ ਬਾਅਦ ਗੇੜਾ ਲਾਉਣਾ। ਹੁਣ ਰੋਜ਼ ਹੀ ਕੋਈ ਨਾ ਕੋਈ ਹੋਇਆ ਰਹਿੰਦਾ। ਜਿਹੜਾ ਇਹਨਾਂ ਦਾ ਇਹ ਹੈ ਕਿ ਖਰਚਾ ਘਟੇਗਾ। ਹੁਣ 800 ਤੋਂ ਲੈ ਕੇ 1000 ਵੋਟਰ ਦਾ ਇੱਕ ਬੂਥ ਹੁੰਦਾ, ਅਤੇ ਜੇ 2 ਬਟਨ ਦੱਬਣੇ ਹੋਣ ਫਿਰ 500 ਤੋਂ ਵੱਧ ਵੋਟ ਨਹੀਂ ਪੈ ਸਕਦੀ, ਅਤੇ ਦੁੱਗਣੀਆਂ ਮਸ਼ੀਨਾਂ ਲੈਣੀਆਂ ਪੈਣਗੀਆਂ। ਸੋ 19 ਲੱਖ ਹੈ, 38 ਲੱਖ ਮਸ਼ੀਨ ਲੈਣੀ ਪਊਗੀ, ਦੁੱਗਣਾ ਅਮਲਾ ਲਾਉਣਾ ਪਊ।
ਦੁੱਗਣੇ ਪੋਲਿੰਗ ਬੂਥ ਬਣਾਉਣੇ ਪੈਣਗੇ। ਫਿਰ ਹੁਣ ਇੱਕ ਸੂਬੇ ਦੀ ਚੋਣ, ਜਿਵੇਂ ਯੂਪੀ ਦੀ ਚੋਣ ਜਾਂ ਮਹਾਰਾਸ਼ਟਰ ਦੀ ਚੋਣ ਆਪਾਂ ਦੇਖੀਏ, ਇਹ 3-3 4-4 ਤੋਂ ਲੈ ਕੇ 6-7-8 ਦਿਨਾਂ ਤੱਕ ਵੀ ਲੈ ਜਾਂਦੇ ਨੇ। ਤੇ ਉਹ ਜੇ ਇੱਕ ਸੂਬੇ ਦੀ ਚੋਣ ਨਹੀਂ ਤੁਸੀਂ ਇੱਕ ਵਾਰ 'ਚ ਕਰਾ ਸਕਦੇ, ਪੂਰੇ ਮੁਲਕ ਦੀ ਇੱਕ ਵਾਰ 'ਚ ਕਿਵੇਂ ਕਰਾਓਗੇ? ਇਹਦਾ ਮਤਲਬ ਤੁਸੀਂ 6 ਮਹੀਨੇ ਚੋਣਾਂ 'ਚ ਹੀ ਲਾਈ ਰੱਖੋਗੇ ਲੋਕਾਂ ਨੂੰ। ਉਹਦੇ 'ਚ ਫਿਰ ਜਿਹੜੇ ਲੋਕਾਂ ਦੇ ਸ਼ੰਕੇ ਨੇ EVM ਦੇ ਉੱਤੇ ਵੀ ਹੈਕ ਹੁੰਦੀ ਆ, ਹੇਰਾਫੇਰੀ ਹੁੰਦੀ ਆ, ਉਹ ਕੁਐਸਚਨ ਵੀ ਖੜੇ ਹੋਣਗੇ। ਸੋ ਇਹ 'ਚ ਖਰਚਾ ਵੀ ਵੱਧ ਲੱਗੇਗਾ, ਇਹ ਵਿਹਾਰਕ ਵੀ ਨਹੀਂ ਹੈ, ਇਹ ਸੰਵਿਧਾਨਕ ਵੀ ਨਹੀਂ ਹੈ, ਇਹਦੇ ਨਾਲ ਕੰਮ ਚੱਲ ਵੀ ਨਹੀਂ ਸਕਦਾ, ਕਿਉਂਕਿ ਸਰਕਾਰਾਂ ਰੋਜ਼ ਟੁੱਟਦੀਆਂ ਨੇ। ਉਹ ਟੁੱਟਣ ਨਾਲ ਦੁਬਾਰਾ ਇਹ ਥੋੜ੍ਹਾ ਵੀ ਤੁਸੀਂ ਸਰਕਾਰ ਹੀ ਨਹੀਂ ਬਣਾਓਗੇ। ਇਹਦਾ ਮਤਲਬ ਇਹ ਆਇਆ ਵੀ ਕਿਤੇ ਨਾ ਕਿਤੇ ਮਨਸ਼ਾ ਇੱਕ ਰਾਸ਼ਟਰ ਇੱਕ ਚੋਣ ਕਹਿ ਕੇ ਏਕਾਧਿਕਾਰ ਵੱਲ ਨੂੰ ਵਧਣ ਦੀ ਹੈ, ਤਾਂ ਕਿ ਫੈਡਰਲਿਜ਼ਮ ਨੂੰ ਟੋਟਲ ਖਤਮ ਕਰੋ, ਸੂਬਿਆਂ ਨੂੰ ਟੋਟਲ ਖਤਮ ਕਰੋ। ਜਿਹੜਾ RSS BJP ਦਾ ਏਜੰਡਾ ਸੀ ਕਿ ਇਹਦੇ 4 ਜ਼ੋਨ ਬਣਾ ਦਿਓ, ਕਿਸੇ ਜ਼ਮਾਨੇ 'ਚ ਕਹਿੰਦੇ ਸੀ ਜ਼ੋਨ ਬਣਾ ਦਿਓ ਤੇ 4 ਜ਼ੋਨ ਹੋਣਗੇ ਬਸ, ਥੱਲੇ ਸਿੱਧਾ ਪਿੰਡਾਂ ਜ਼ਿਲ੍ਹਿਆਂ 'ਚ ਜਾਓ, ਉਹੀ ਇਹ ਹੁਣ ਉਸ ਪਾਸੇ ਨੂੰ ਵਧ ਰਹੇ ਨੇ। ਉਦੋਂ ਇਹ ਪੂਰਾ ਨਹੀਂ ਕਰ ਸਕੇ ਕਿਉਂਕਿ ਉਦੋਂ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਸਾਹਮਣੇ ਇਹਨਾਂ ਤਾਂ ਕੋਈ ਆਜ਼ਾਦੀ 'ਚ ਕੰਮ ਨਹੀਂ ਕਰਿਆ ਸੀ। ਹੁਣ ਇਹ ਤਾਕਤ 'ਚ ਆ ਗਏ, ਹੁਣ ਇਹ ਹਿਟਲਰਸ਼ਾਹੀ ਕਰ ਰਹੇ ਨੇ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਦੇਸ਼ ਦੀ ਜਮਹੂਰੀਅਤ 'ਤੇ ਹਮਲਾ ਹੈ। ਦੇਸ਼ ਦੀ ਜਮਹੂਰੀਅਤ ਤਾਂ ਹੀ ਜਿਉਂਦੀ ਰਹਿੰਦੀ ਹੈ ਜੇ ਲੋਕ ਪਾਰਟਿਸਿਪੇਟ ਕਰਦੇ ਨੇ, ਲੋਕ ਸਵਾਲ ਕਰਦੇ ਨੇ ਆਪਦੇ ਚੁਣੇ ਨੁਮਾਇੰਦਿਆਂ ਨੂੰ। ਉਹ ਸਮੱਸਿਆ ਹੱਲ ਕਰਾ ਸਕਦੇ ਨੇ ਜਾਂ ਨਹੀਂ ਕਰਾ ਸਕਦੇ, ਉਹ ਗੱਲ ਵੱਖਰੀ ਹੈ, ਪਰ ਸਵਾਲ ਕਰਦੇ ਰਹਿਣਾ ਜ਼ਰੂਰੀ ਹੈ। ਤੇ ਗੁਰੂ ਸਾਹਿਬ ਨੇ ਆਖਿਆ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀ ਹੈ ਕਿਛ ਕਹੀਏ। ਤੇ ਲੋਕ ਕਹਿਣਾ ਜਾਣਦੇ ਨੇ, ਲੋਕਾਂ ਨੂੰ ਕਹਿਣਾ ਇਹ ਬੰਦ ਕਰਨਾ ਚਾਹੁੰਦੇ ਨੇ ਤੇ ਸੁਣਾਉਣਾ ਇਹ ਚਾਹੁੰਦੀ ਨਹੀਂ। ਬਹੁਤ ਸ਼ੁਕਰੀਆ ਜੀ। ਇਹ ਸਨ ਸਾਡੇ ਨਾਲ ਡਾਕਟਰ ਪਿਆਰੇ ਲਾਲ ਗਰਗ ਜੀ, ਜਿਨ੍ਹਾਂ ਨੇ 2 ਮੁੱਦਿਆਂ ਦੇ ਉੱਤੇ, ਅਹਿਮ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਤੁਸੀਂ ਖੁਦ ਕੀ ਸੋਚਦੇ ਸਮਝਦੇ ਹੋ, ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ। ਫਿਲਹਾਲ ਇਸ ਮੁਲਾਕਾਤ 'ਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।